ਹੈਲੋ एवरीवन ਐਂਡ ਵੈਲਕਮ ਬੈਕ ਟੂ ਐਨੀਬਡੀ ਕੈਨ ਲਰਨ ਜੀਕੇ। ਅੱਜ ਆਪਾਂ ਇੱਕ ਨਈ ਸੀਰੀਜ਼ ਸਟਾਰਟ ਕਰਨ ਵਾਲੇ ਹਾਂ ਜਿਹੜਾ ਕਿ ਪਟਵਾਰੀ ਦੇ 7th ਸੈਕਸ਼ਨ ਵਿੱਚ ਲਿਖਿਆ ਹੋਇਆ ਸਿਲੇਬਸ ਤੇ। ਨਾਮ ਕੀ ਹੈ ਉਹਦਾ ਜੀ? ਪੰਜਾਬ ਹਿਸਟਰੀ ਐਂਡ ਕਲਚਰ। ਤਾਂ ਉਹਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਲਿਸਟ ਸੀਗੀ ਉਹ ਸੀਗੀ ਸੂਫੀ ਸੰਤ ਬਾਰੇ ਤੇ ਗੁਰੂਜ਼ ਬਾਰੇ। ਤਾਂ ਆਪਾਂ ਇਸ ਸੀਰੀਜ਼ ਦੇ ਵਿੱਚ ਟੌਪਿਕ ਵਾਈਜ਼ ਚੱਲਾਂਗੇ ਤੇ ਇੱਕ ਵਾਰ ਆਪਾਂ ਦੇਖ ਲੈਂਦੇ ਹਾਂ ਕਿ ਉਸ ਆਪਣੇ 7th ਪਾਰਟ ਦੇ ਵਿੱਚ ਹੈਗਾ ਕੀ ਹੈ। ਤਾਂ ਆਹ ਲਿਸਟ ਜਿਹੜੀ ਹੈ ਤੁਹਾਡੇ ਸਾਹਮਣੇ ਆ। ਮੈਂ ਇਸ ਸੀਰੀਜ਼ ਦੇ ਵਿੱਚ ਜਿਹੜੇ ਵੀ ਟੌਪਿਕ ਇਹਦੇ ਵਿੱਚ ਲਿਖੇ ਹੋਏ ਨੇ ਕੱਲਾ ਤੁਹਾਨੂੰ ਕਰਾਉਣ ਲੱਗਿਆ ਹਾਂ ਤੇ ਅੱਜ ਹੈਗਾ ਪਾਰਟ ਫਸਟ। ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਕੁਐਸਚਨ ਕਹਿੰਦਾ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਕੰਪੋਜੀਸ਼ਨ ਆਫ ਗੁਰੂ ਨਾਨਕ ਦੇਵ ਜੀ। ਯਾਨੀ ਕਿ ਜਿਹੜੇ ਆਪਣੇ ਪਹਿਲੇ ਗੁਰੂ ਸੀਗੇ ਗੁਰੂ ਨਾਨਕ ਦੇਵ ਜੀ ਉਹਨਾਂ ਦੁਆਰਾ ਲਿਖੀ ਗਈ ਰਚਨਾ ਨਹੀਂ ਹੈ। ਤਾਂ ਚਾਰ ਆਪਸ਼ਨ ਨੇ ਜੀ। ਪਹਿਲਾਂ ਨਾ ਆਪਾਂ ਦੇਖ ਲੈਂਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਕਿਹੜੀ ਰਚਨਾਵਾਂ ਹਨ। ਤਾਂ ਇੱਕ ਕਰਕੇ ਆਪਾਂ ਹੁਣ ਦੇਖਾਂਗੇ ਜੀ। ਸਭ ਤੋਂ ਪਹਿਲਾਂ ਜਪਜੀ ਸਾਹਿਬ ਆਪਾਂ ਸਾਰਿਆਂ ਨੂੰ ਪਤਾ ਹੈਗਾ। ਸੈਕਿੰਡ ਵਨ ਇਜ਼ ਆਸਾਂ ਦੀ ਵਾਰ। ਥਰਡ ਵਨ ਇਜ਼ ਓਂਕਾਰ। ਫੋਰਥ ਵਨ ਇਜ਼ ਸਿੱਧ ਗੋਸਟ। ਅਤੇ ਪੰਜਵਾਂ ਜਿਹੜਾ ਹੈ ਜੀ ਉਹ ਹੈ ਬਾਰਾਂਮਾਹ। ਤਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਲਿਸਟ ਵੀ ਆਪਣੇ ਸਾਹਮਣੇ ਹੈ ਅਤੇ ਆਪਸ਼ਨਸ ਵੀ ਆਪਣੇ ਸਾਹਮਣੇ ਆਪਾਂ ਹੁਣੀ ਚੈੱਕ ਕਰ ਲੈਂਦੇ ਹਾਂ। ਬਾਰਾਂਮਾਹ ਇਹਦੇ ਵਿੱਚ ਹੈਗਾ, ਬਿਲਕੁਲ ਹੈਗਾ ਜੀ ਪੰਜਵਾਂ ਨੰਬਰ। ਜਪਜੀ ਸਾਹਿਬ ਪਹਿਲਾ ਨੰਬਰ, ਆਸਾ ਦੀ ਵਾਰ ਦੂਜਾ ਨੰਬਰ। ਦੈਟ ਮੀਨਸ ਆਪਸ਼ਨ ਨੰਬਰ ਡੀ ਜਿਹੜਾ ਹੈਗਾ ਕਰੈਕਟ ਆਨਸਰ ਹੈ। ਚੰਡੀ ਦੀ ਵਾਰ ਗੁਰੂ ਨਾਨਕ ਦੇਵ ਜੀ ਦੀ ਕੰਪੋਜੀਸ਼ਨ ਨਹੀਂ ਹੈ। ਇਹ ਕੰਪੋਜੀਸ਼ਨ ਹੈ ਆਪਣੇ 10ਵੇਂ ਗੁਰੂ ਜੀਆਂ ਦੀ, ਗੁਰੂ ਗੋਬਿੰਦ ਸਿੰਘ ਜੀ ਦੀ। ਤਾਂ ਇਸ ਕੁਐਸਚਨ ਦਾ ਆਨਸਰ ਹੋ ਜਾਊਗਾ ਜੀ ਆਪਸ਼ਨ ਨੰਬਰ ਡੀ। ਨਾਓ ਮੂਵਿੰਗ ਔਨ ਟੂ ਦ ਨੈਕਸਟ ਕੁਐਸਚਨ। ਸੈਕਿੰਡ ਆਪਸ਼ਨ ਕਹਿ ਰਿਹਾ ਜੀ ਸੈਕਿੰਡ ਕੁਐਸਚਨ ਕਹਿ ਰਿਹਾ ਬੰਦੀ ਛੋੜ ਦਿਵਸ ਕਿਸ ਨਾਲ ਸੰਬੰਧਿਤ ਹੈਗਾ। ਪਹਿਲਾਂ ਤਾਂ ਆਪਾਂ ਇਹਦਾ ਆਨਸਰ ਦੇਖਦੇ ਹਾਂ। ਉਹ ਹੈਗਾ ਜੀ ਆਪਸ਼ਨ ਨੰਬਰ ਏ, ਗੁਰੂ ਹਰਗੋਬਿੰਦ ਜੀ। ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਏ। ਹੁਣ ਆਪਾਂ ਡਿਸਕਸ ਕਰਦੇ ਹਾਂ ਵੀ ਇਹਦਾ ਆਨਸਰ ਨੰਬਰ ਏ ਹੈਗਾ ਤਾਂ ਕਿਉਂ ਹੈਗਾ। ਕਿਉਂਕਿ ਗੁਰੂ ਹਰਗੋਬਿੰਦ ਸਿੰਘ ਕੋਲ ਆਪਣੀ ਆਰਮ ਫੋਰਸਿਸ ਤਾਂ ਹੈਗੀ ਸੀ ਅਤੇ ਉਸ ਟਾਈਮ 'ਤੇ ਜਿਹੜਾ ਮੁਗਲ ਬਾਦਸ਼ਾਹ ਸੀਗਾ ਜਹਾਂਗੀਰ, ਉਹਨਾਂ ਨੂੰ ਜਿਹੜੀ ਮਿਲਟਰੀ ਫੋਰਸਿਸ ਸੀ ਗੁਰੂ ਜੀ ਦੀ ਉਹਨਾਂ ਬਾਰੇ ਪਤਾ ਲੱਗਿਆ। ਤਾਂ ਜਿੱਦਾਂ ਹੀ ਜਹਾਂਗੀਰ ਨੂੰ ਪਤਾ ਲੱਗਦਾ ਹੈਗਾ ਉਹ ਕੀ ਕਰਦਾ ਹੈਗਾ ਜੀ, ਡਿਟੈਂਸ਼ਨ ਦੇ ਆਰਡਰ ਦੇ ਦਿੰਦਾ ਹੈਗਾ। ਯਾਨੀ ਕਿ ਉਹਨਾਂ ਨੂੰ ਬੰਦੀ ਬਣਾਉਣ ਦੇ ਆਰਡਰ ਦਿੰਦਾ ਹੈਗਾ। ਕਿਹੜੇ ਵਿੱਚ? ਫੋਰਟ ਆਫ ਗਵਾਲੀਅਰ ਦੇ ਵਿੱਚ। ਹੁਣ ਜਦੋਂ ਉਹਨਾਂ ਨੂੰ ਬੰਦੀ ਬਣਾਇਆ ਗਿਆ ਤਾਂ ਕੁਝ ਸਮਾਂ ਬਾਅਦ ਜਿਹੜਾ ਸੀਗਾ ਉਹਨਾਂ ਨੂੰ ਰਿਲੀਜ਼ ਕੀਤਾ ਗਿਆ। ਲੇਕਿਨ ਜਦੋਂ ਉਹਨਾਂ ਨੂੰ ਛੱਡਣ ਦੀ ਵਾਰੀ ਆਈ ਤਾਂ ਉਹਨਾਂ ਨੇ ਕੀ ਕੀਤਾ ਜੀ, ਮਨਾ ਕਰ ਦਿੱਤਾ ਕਿ ਮੈਂ ਜੇਲ੍ਹ ਤੋਂ ਬਾਹਰ ਨਹੀਂ ਜਾਣਾ ਹੈਗਾ ਕਿਉਂਕਿ ਜਿਹੜੇ ਮੇਰੇ 52 ਸਾਥੀ ਹੋਰ ਸੀਗੇ ਉਹਨਾਂ ਨੂੰ ਵੀ ਮੇਰੇ ਨਾਲ ਹੀ ਰਿਲੀਜ਼ ਕੀਤਾ ਜਾਵੇ। ਤਾਂ ਇਸ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਨੂੰ 52 ਅਦਰਸ ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਹੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਬੰਦੀ ਚੋਰ ਕਿਹਾ ਜਾਂਦਾ ਹੈਗਾ, ਯਾਨੀ ਕਿ ਡਿਲੀਵਰੀਅਰ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਵੀ ਛਡਾਇਆ ਸੀਗਾ। ਅਤੇ ਦੀਵਾਲੀ ਵਾਲੇ ਦਿਨ ਹੀ ਉਹ ਅੰਮ੍ਰਿਤਸਰ ਪਹੁੰਚੇ ਸੀਗੇ ਅਤੇ ਉਸੇ ਦਿਨ ਨੂੰ ਜਿਹੜਾ ਹੈਗਾ ਬੰਦੀ ਛੋੜ ਦਿਵਸ ਜਿਹੜਾ ਮਨਾਇਆ ਜਾਂਦਾ ਹੈਗਾ। ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋਊਗਾ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਲ ਆ ਰਿਲੇਟ ਕਰਦਾ ਹੈਗਾ ਬੰਦੀ ਛੋੜ ਦਿਵਸ। ਅਗਲੇ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਜੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਤੁਹਾਨੂੰ PDF ਮਿਲਣੀ ਹੈ ਜੀ ਟੈਲੀਗ੍ਰਾਮ 'ਤੇ। ਹਾਂ, ਤੁਹਾਡੇ ਸਾਰਿਆਂ ਨੂੰ ਹੀ ਪਤਾ ਹੈਗਾ, ਲੇਕਿਨ ਜਿਹੜੇ ਬੱਚੇ ਨਵੇਂ ਜੁੜਦੇ ਨੇ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਣੀ ਜਿਹੜੀ ਟੈਲੀਗ੍ਰਾਮ ਦੇ ਉੱਤੇ ਹੈਗੀ PDF ਮਿਲਦੀ ਹੈ। ਅਤੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਪੁੱਛ ਸਕਦੇ ਹੋ ਅਤੇ ਫਟਾਫਟ ਜਾਓ ਹੁਣ ਫੋਲੋ ਕਰੋ। ਹੁਣ ਆਪਾਂ ਦੇਖਦੇ ਹਾਂ ਜੀ ਨੈਕਸਟ ਕੁਐਸਚਨ। ਅਤੇ ਜੇਕਰ ਬਈ ਵੀਡੀਓ ਚੰਗੀ ਲੱਗ ਰਹੀ ਤੁਹਾਨੂੰ ਸਮਝ ਆ ਰਹੀ ਹੈ ਤਾਂ ਲਾਈਕ ਬਟਨ ਜ਼ਰੂਰ ਪ੍ਰੈਸ ਕਰਿਓ। ਆਹ ਜਿਹੜਾ ਕੁਐਸਚਨ ਹੈਗਾ ਜੀ, ਆਹ ਕੁਐਸਚਨ ਦਾ ਆਨਸਰ ਨਾ ਤੁਸੀਂ ਲੋਕ ਦਿਓਗੇ ਮੈਨੂੰ। ਕੁਐਸਚਨ ਸੁਣ ਲਓ ਪਹਿਲਾਂ ਕਿ ਜਿਹੜੀ ਪਗੜੀ ਦੇ ਉੱਪਰ, ਟਰਬਨ ਦੇ ਉੱਪਰ ਕਲਗੀ ਬੰਨ੍ਹੀ ਜਾਂਦੀ ਹੈ ਉਹ ਸਭ ਤੋਂ ਪਹਿਲਾਂ ਕਿਹੜੇ ਗੁਰੂ ਜੀ ਨੇ ਧਾਰਨ ਕੀਤੀ ਸੀਗੀ। ਇਸ ਕੁਐਸਚਨ ਦਾ ਆਨਸਰ ਮੈਨੂੰ ਤੁਸੀਂ ਦੱਸੋਗੇ। ਅਤੇ ਇੱਕ ਗੱਲ ਹੋਰ ਹੋ ਸਕਦਾ ਕਿ ਆਹ ਵੀਡੀਓ ਦੇਖ ਰਹੇ ਬਹੁਤ ਸਾਰੇ ਬੱਚਿਆਂ ਨੂੰ ਜਿਹੜੇ ਕੁਐਸਚਨ ਮੈਂ ਡਿਸਕਸ ਕਰ ਰਿਹਾ ਉਹਨਾਂ ਦਾ ਆਨਸਰ ਵੀ ਪਤਾ ਹੋਵੇ। ਜਿਹਨਾਂ ਦੀ ਨੌਲੇਜ ਅੱਛੀ ਹੈ ਤਾਂ ਵਧੀਆ ਗੱਲ ਹੈ। ਉਹ ਫਿਰ ਨਾ ਇਸ ਵੀਡੀਓ ਨੂੰ ਨਾ ਮੌਕ ਟੈਸਟ ਦੀ ਤਰ੍ਹਾਂ ਟਰੀਟ ਕਰਨ ਅਤੇ ਵੀਡੀਓ ਦੇ ਐਂਡ ਵਿੱਚ ਨਾ ਕਮੈਂਟ ਵਿੱਚ ਦੱਸਣ ਕਿ ਮੇਰੇ 20 ਕੁਐਸਚਨਾਂ ਵਿੱਚੋਂ ਕਿੰਨੇ ਕੁਐਸਚਨ ਠੀਕ ਸੀਗੇ। ਆਹ ਚਾਹੋ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਵੀ ਸਕਦੇ ਹੋ। ਇੱਕ ਕੁਐਸਚਨ ਆਹ ਵਾਲਾ ਹੈ ਜਿਹੜਾ ਮੇਰੀ ਮੌਕ ਟੈਸਟ ਸੀਰੀਜ਼ ਹੈ ਨਾਇਬ ਤਹਿਸੀਲਦਾਰ ਦੇ ਲਈ, ਉਹਨਾਂ ਵਿੱਚੋਂ ਇੱਕ ਕੁਐਸਚਨ ਮੈਂ ਚੁੱਕਿਆ ਹੈਗਾ। ਕੁਐਸਚਨ ਨੰਬਰ 2 ਹੈ, ਕਾਫੀ ਇੰਪੋਰਟੈਂਟ ਹੈ ਤਾਂ ਮੈਂ ਤਾਂ ਹੀ ਇਸ ਵੀਡੀਓ ਦੇ ਵਿੱਚ ਵੀ ਐਡ ਕਰ ਲਿਆ ਹੈ। ਅਤੇ ਜੇਕਰ ਤੁਹਾਨੂੰ ਆਹ ਮੌਕ ਟੈਸਟ ਸੀਰੀਜ਼ ਨਹੀਂ ਮਿਲੀ ਹੈ ਤਾਂ ਤੁਸੀਂ ਆ ਕੇ ਮੈਂਬਰਸ਼ਿਪ ਲੈ ਸਕਦੇ ਹੋ। ਜੇਕਰ ਮੈਂਬਰਸ਼ਿਪ ਲੈਣ 'ਚ ਦਿੱਕਤ ਆ ਰਹੀ ਹੈ ਤਾਂ ਤੁਸੀਂ ਗੂਗਲ ਪੇ ਵੀ ਯੂਜ਼ ਕਰ ਸਕਦੇ ਹੋ। ਗੂਗਲ ਪੇ ਦਾ ਮੈਂ ਜਿਹੜਾ ਕਿਸ ਨੰਬਰ 'ਤੇ ਹੈਗਾ ਉਹ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦਾਂਗਾ, ਜਿਹੜਾ ਡਿਸਕ੍ਰਿਪਸ਼ਨ ਬਾਕਸ ਆਪਣਾ ਉਹਦੇ ਵਿੱਚ ਲਿਖ ਦਾਂਗਾ। ਚਲੋ ਪਹਿਲਾਂ ਇੱਕ ਵਾਰ ਨਾ ਕੁਐਸਚਨ ਡਿਸਕਸ ਕਰ ਲੈਂਦੇ ਹਾਂ। ਸਟੇਟਮੈਂਟ ਕਹਿ ਰਿਹਾ ਵੀ ਇਹਨਾਂ ਵਿੱਚੋਂ ਕਿਹੜੀ ਕਰੈਕਟ ਹੈ। ਪਹਿਲੀ ਸਟੇਟਮੈਂਟ ਹੈਗੀ ਜੀ ਗੋਇੰਦਵਾਲ ਵਾਸ ਫਾਊਂਡ ਬਾਏ ਗੁਰੂ ਅੰਗਦ ਦੇਵ ਜੀ। ਤਾਂ ਜਿਹੜੇ ਗੋਇੰਦਵਾਲ ਸਾਹਿਬ ਸੀਗੇ ਜੀ
ਉਹ ਕਿਸ ਦੁਆਰਾ ਫਾਊਂਡ ਕੀਤੀ ਗਈ ਸੀਗੀ ਸਿਟੀ? ਤਾਂ ਉਹ ਕੀਤੀ ਗਈ ਸੀ ਜੀ ਥਰਡ ਗੁਰੂ ਦੁਆਰਾ। ਤਾਂ ਥਰਡ ਗੁਰੂ ਕੌਣ ਸੀਗੇ? ਉਹ ਸੀਗੇ ਅਮਰਦਾਸ ਜੀ। ਦੈਟ ਮੀਨਸ ਆਹ ਸਟੇਟਮੈਂਟ ਗਲਤ ਹੋ ਗਈ। ਹੁਣ ਆਪਾਂ ਅੱਗੇ ਚੱਲਦੇ ਹਾਂ। ਨੈਕਸਟ ਕਹਿ ਰਿਹਾ ਕਿ ਮਸੰਦ ਸਿਸਟਮ ਜਿਹੜਾ ਸਟਾਰਟ ਕੀਤਾ ਗਿਆ ਸੀਗਾ ਗੁਰੂ ਅਮਰਦਾਸ ਜੀ ਬਾਰੇ। ਗੁਰੂ ਅਮਰਦਾਸ ਜੀ ਨੇ ਨਾ ਮੰਜੀ ਸਿਸਟਮ ਸ਼ੁਰੂ ਕੀਤਾ ਸੀਗਾ, ਮਸੰਦ ਨਹੀਂ। ਮਸੰਦ ਕੀਤਾ ਸੀਗਾ ਗੁਰੂ ਰਾਮਦਾਸ ਜੀ ਨੇ। ਦੈਟ ਮੀਨਸ ਸੈਕਿੰਡ ਸਟੇਟਮੈਂਟ ਵੀ ਗਲਤ ਹੈ। ਥਰਡ ਸਟੇਟਮੈਂਟ ਕਹਿ ਰਿਹਾ ਜੀ ਸੁਖਮਣੀ ਸਾਹਿਬ ਵਾਸ ਕੰਪੋਜ਼ਡ ਬਾਏ ਗੁਰੂ ਰਾਮਦਾਸ ਜੀ। ਆ ਗੁਰੂ ਰਾਮਦਾਸ ਜੀ ਨੇ ਨਹੀਂ ਕੀਤੀ ਸੀ, ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀਗੀ। ਤਾਂ ਥਰਡ ਸਟੇਟਮੈਂਟ ਵੀ ਗਲਤ ਹੈ। ਫਿਰ ਕਹਿ ਰਿਹਾ ਜੀ ਮੀਰੀ ਤੇ ਪੀਰੀ ਜਿਹੜੇ ਇੰਟਰੋਡਿਊਸ ਕੀਤਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀਗਾ। ਤਾਂ ਆਹ ਸਟੇਟਮੈਂਟ ਵੀ ਗਲਤ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਜੀ, ਆਹ ਹਰਗੋਬਿੰਦ ਜੀ ਨੇ ਕੀਤਾ ਸੀਗਾ, ਆਪਣੇ 6 ਗੁਰੂ ਜੀ ਨੇ। ਦੈਟ ਮੀਨਸ ਕੀ ਹੋਇਆ ਕਿ ਜੇ ਚਾਰੋਂ ਹੀ ਸਟੇਟਮੈਂਟ ਗਲਤ ਹੈ। ਅਤੇ ਕੁਐਸਚਨ ਦੇ ਵਿੱਚ ਪੁੱਛਿਆ ਸੀਗਾ ਕਰੈਕਟ ਕਿਹੜੀ ਹੈ? ਤਾਂ ਕਰੈਕਟ ਕਿਹੜੀ ਹੈ ਜੀ? ਨਨ ਆਫ ਦਾ ਅਬਵ। ਆਪਸ਼ਨ ਨੰਬਰ ਡੀ ਇਹਦਾ ਸਹੀ ਆਨਸਰ ਹੋ ਜਾਊਗਾ। ਅਤੇ ਇੱਦਾਂ ਦੇ ਹੀ ਕੁਐਸਚਨ ਜਿਹੜੇ ਨੇ ਡਿਫਰੈਂਟ ਸਬਜੈਕਟ ਦੇ ਮੈਂ ਆਪਣੇ ਮੌਕ ਟੈਸਟ ਦੇ ਵਿੱਚ ਪਾਏ ਹੋਏ ਨੇ। ਜੇ ਤੁਸੀਂ ਅਵੇਲ ਕਰਨਾ ਚਾਹੁੰਦੇ ਹੋ ਤਾਂ ਮੈਂਬਰਸ਼ਿਪ ਲੈ ਸਕਦੇ ਹੋ। ਅਤੇ ਕੋਈ ਵੀ ਕੁਐਰੀ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ, ਮੈਂ ਆਪਣਾ WhatsApp ਨੰਬਰ ਵੀ ਉਹਦੇ ਵਿੱਚ ਦਿੱਤਾ ਹੋਇਆ। ਨੈਕਸਟ ਕੁਐਸਚਨ ਹੈਗਾ ਹੂ ਵਾਜ਼ ਦਾ ਯੰਗੈਸਟ ਟੂ ਬਿਕਮ ਸਿੱਖ ਗੁਰੂ? ਯਾਨੀ ਕਿ ਸਭ ਤੋਂ ਛੋਟੀ ਉਮਰ ਦੇ ਵਿੱਚ ਸਿੱਖ ਗੁਰੂ ਬਣਨ ਵਾਲੇ ਕਿਹੜੇ ਸੀਗੇ? ਤਾਂ ਜਿਹੜੇ ਯੰਗੈਸਟ ਸਿੱਖ ਗੁਰੂ ਸੀਗੇ ਜੀ ਉਹ ਸੀਗੇ ਗੁਰੂ ਹਰਕ੍ਰਿਸ਼ਨ ਜੀ। ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਏ। ਹੁਣ ਆਨਸਰ ਤਾਂ ਦੇਖ ਲਿਆ ਜੀ, ਹੁਣ ਆਪਾਂ ਦੇਖ ਲੈਂਦੇ ਹਾਂ ਵੀ ਇਹਦੀ ਕਹਾਣੀ ਕੀ ਸੀਗੀ। ਜਿਹੜੇ ਆਪਣੇ 7ਵੇਂ ਗੁਰੂ ਸੀਗੇ ਹਰੀ ਰਾਏ ਜੀ, ਗੁਰੂ ਹਰ ਰਾਏ ਜੀ, ਉਹਨਾਂ ਦੀ ਡੈਥ ਤੋਂ ਬਾਅਦ, ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਸੀਗੇ ਉਹ ਸੀਗੇ ਹਰਕ੍ਰਿਸ਼ਨ ਜੀ। ਉਹਨਾਂ ਨੂੰ ਗੁਰੂ ਗੱਦੀ ਲਈ ਜਿਹੜਾ ਸੀਗਾ ਚੁਣਿਆ ਗਿਆ। ਹੁਣ ਲੇਕਿਨ ਜਿਹੜੇ ਹਰਕ੍ਰਿਸ਼ਨ ਜੀ ਦੇ ਐਲਡਰ ਬ੍ਰਦਰ ਸੀਗੇ ਉਹਨਾਂ ਦਾ ਨਾਂ ਸੀਗਾ ਰਾਮ ਰਾਏ। ਉਹ ਚਾਹੁੰਦੇ ਸੀਗੇ ਜੀ ਗੁਰੂ ਗੱਦੀ ਉਹਨਾਂ ਨੂੰ ਮਿਲੇ, ਬਟ ਜਿਹੜੀ ਸਿੱਖ ਜਨਤਾ ਸੀਗੀ, ਕੌਮ ਸੀਗੀ, ਉਹਨਾਂ ਨੇ ਰਿਜੈਕਟ ਕਰ ਦਿੱਤਾ ਸੀਗਾ ਕਿ ਰਾਮ ਰਾਏ ਨੂੰ ਜਿਹੜਾ ਨੈਕਸਟ ਗੁਰੂ ਨਾ ਬਣਾਇਆ ਜਾਵੇ। ਹੁਣ ਇਸੇ ਗੱਲ ਦੀ ਖਾਰ ਖਾਂਦੇ ਹੋਏ ਜੀ ਰਾਮ ਰਾਏ ਜਿਹੜੇ ਸੀ ਉਹ ਔਰੰਗਜ਼ੇਬ ਕੋਲ ਗਏ ਅਤੇ ਸਾਰੀ ਗੱਲਾਂ ਦੱਸੀਆਂ। ਤਾਂ ਫਿਰ ਕੀ ਹੋਇਆ ਜੀ, ਔਰੰਗਜ਼ੇਬ ਨੇ ਕੀ ਕੀਤਾ? ਔਰੰਗਜ਼ੇਬ ਨੇ ਸੰਮਨ ਕੀਤਾ ਗੁਰੂ ਜੀ ਨੂੰ। ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਦਿੱਲੀ ਸੰਮਨ ਕੀਤਾ ਗਿਆ, ਦਿੱਲੀ ਬੁਲਾਇਆ ਗਿਆ, ਤਾਂ ਉਹਨਾਂ ਨੂੰ ਇੱਕ ਹਾਊਸ ਦੇ ਵਿੱਚ ਨਾ ਰੱਖਿਆ ਗਿਆ। ਕਿਹੜਾ ਹਾਊਸ ਸੀਗਾ ਉਹ? ਮਿਰਜ਼ਾ ਰਾਜਾ ਜੈ ਸਿੰਘ ਦਾ, ਜਿਹਨੂੰ ਕਿ ਅੱਜ ਕੱਲ੍ਹ ਆਪਾਂ ਬੰਗਲਾ ਸਾਹਿਬ ਦੇ ਨਾਲ ਜਾਣਦੇ ਹਾਂ, ਬੰਗਲਾ ਸਾਹਿਬ। ਉੱਥੇ ਰੱਖਿਆ ਗਿਆ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਸਮੋਲ ਪੋਕਸ ਹੋ ਗਿਆ ਸੀਗਾ ਅਤੇ ਉੱਥੇ ਹੀ ਉਹ ਜੋਤੀ ਜੋਤ ਸਮਾ ਗਏ ਸੀਗੇ 1664 ਦੇ ਵਿੱਚ। ਤਾਂ ਉਹਨਾਂ ਦਾ ਟੈਨਿਓਰ ਵੀ ਸਭ ਤੋਂ ਛੋਟਾ ਹੈ ਗੁਰੂ ਗੱਦੀ ਦਾ। ਅਤੇ ਉਹਨਾਂ ਨੂੰ ਇੱਕ ਨਾਮ ਹੋਰ ਪੁਕਾਰਿਆ ਜਾਂਦਾ ਹੈਗਾ ਜੀ ਬਾਲ ਪੀਰ, ਜਾਂ ਫਿਰ ਇੰਗਲਿਸ਼ ਦੇ ਵਿੱਚ ਕਿਹਾ ਜਾਏ ਤਾਂ ਚਾਈਲਡ ਪ੍ਰੋਫੈਟ। ਤਾਂ ਆਹ ਆਨਸਰ ਹੈਗਾ ਇਹਦਾ ਜੀ ਗੁਰੂ ਹਰਕ੍ਰਿਸ਼ਨ ਜੀ, ਆਪਸ਼ਨ ਨੰਬਰ ਏ। ਉਸ ਤੋਂ ਬਾਅਦ ਹੈ ਜੀ ਸਿਟੀ ਆਫ ਅਨੰਦਪੁਰ ਸਾਹਿਬ ਫੋਰਮਡ ਬਾਏ ਵਿਚ ਗੁਰੂ? ਗੁਰੂ ਕਿਹੜੇ ਗੁਰੂ ਨੇ ਅਨੰਦਪੁਰ ਸਾਹਿਬ ਜਿਹੜਾ ਸੀਗਾ ਸਿਟੀ ਫੋਰਮ ਕੀਤਾ ਸੀਗਾ? ਕਿਉਂਕਿ ਇਹਨੂੰ ਜੀ ਚੱਕ ਨਾਨਕੀ ਵੀ ਕਿਹਾ ਜਾਂਦਾ ਹੈਗਾ, ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਜੀ ਦਾ ਨਾਂ ਸੀਗਾ ਨਾਨਕੀ, ਅਤੇ ਉਹਨਾਂ ਦੇ ਨਾਮ ਤੋਂ ਹੀ ਇਹਨਾਂ ਨੇ ਇਹਦਾ ਨਾਂ ਜਿਹੜਾ ਸੀਗਾ ਚੱਕ ਨਾਨਕੀ ਰੱਖਿਆ ਸੀਗਾ। ਤਾਂ ਆਨਸਰ ਕੀ ਹੋ ਜਾਊਗਾ ਇਸਦਾ? ਆਪਸ਼ਨ ਨੰਬਰ ਬੀ, ਗੁਰੂ ਤੇਗ ਬਹਾਦਰ ਜੀ। ਨੈਕਸਟ ਕਹਿ ਰਿਹਾ ਜੀ ਹੂ ਵਾਜ਼ ਦਾ ਮੁਗਲ ਰੂਲਰ ਬਾਏ ਹੂਜ਼ ਆਰਡਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਾਜ਼ ਮਾਰਟਿਰਡ ਔਨ ਨਵੰਬਰ 11, 1675? ਯਾਨੀ ਕਿ ਕਿਹੜੇ ਮੁਗਲ ਬਾਦਸ਼ਾਹ ਦੇ ਹੁਕਮ 'ਤੇ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਪ੍ਰਾਪਤ ਹੋਈ ਸੀਗੀ? ਉਹ ਸੀਗੇ ਜੀ ਔਰੰਗਜ਼ੇਬ। ਯਾਨੀ ਕਿ ਔਰੰਗਜ਼ੇਬ ਦੇ ਕਹਿਣ 'ਤੇ ਹੀ ਗੁਰੂ ਜੀ ਨੂੰ ਸ਼ਹੀਦੀ ਪ੍ਰਾਪਤ ਹੋਈ ਸੀਗੀ। ਅਤੇ ਫਾਰੂਕ ਸਿਆਰ ਦਾ ਨਾਮ ਵੀ ਕਈ ਵਾਰ ਪੁੱਛਿਆ ਜਾਂਦਾ ਹੈ ਜੀ, ਉਹ ਬੰਦਾ ਬਹਾਦਰ ਜੀ ਨਾਲ ਰਿਲੇਟਡ ਹੈਗਾ, ਬੰਦਾ ਬਹਾਦਰ। ਤਾਂ ਇਸ ਕੁਐਸਚਨ ਦਾ ਆਨਸਰ ਕੀ ਹੋ ਜਾਊਗਾ ਜੀ? ਆਪਸ਼ਨ ਨੰਬਰ ਏ, ਔਰੰਗਜ਼ੇਬ। ਨੈਕਸਟ ਕੁਐਸਚਨ ਕਹਿ ਰਿਹਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਸੀਗੀ ਆਪਣੀ ਕੁਰਬਾਨੀ ਦਿੱਤੀ ਸੀਗੀ ਹਿੰਦੂ ਧਰਮ ਦੇ ਲਈ, ਅਤੇ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈਗਾ। ਅਤੇ ਕਿਸ ਟਾਈਟਲ ਵਜੋਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈਗਾ? ਹਿੰਦ ਦੀ ਪੋਸ਼ਾਕ, ਹਿੰਦ ਰਕਸ਼ਕ, ਹਿੰਦ ਦੀ ਚਾਦਰ, ਜਾਂ ਫਿਰ ਆਲ ਆਫ ਅਬਵ? ਇਹ ਗੱਲ ਆਪਾਂ ਸਾਰਿਆਂ ਨੂੰ ਕਾਫੀ ਕਲੀਅਰਲੀ ਪਤਾ ਹੈਗਾ ਕਿ ਉਹਨਾਂ ਨੂੰ ਅੱਜ ਵੀ ਹਿੰਦ ਦੀ ਚਾਦਰ ਦੇ ਨਾਂ ਤੋਂ ਜਾਣਿਆ ਜਾਂਦਾ ਹੈਗਾ, ਕਿਉਂਕਿ ਗੁਰੂ ਜੀ ਦੀ ਸ਼ਹਾਦਤ ਦਾ ਕੋਈ ਜਿੰਨੇ ਸ਼ਬਦਾਂ ਵਿੱਚ ਉਹ ਗੱਲ ਕੀਤੀ ਜਾਵੇ ਨਹੀਂ ਘੱਟ ਨੇ। ਅਤੇ ਇਸ ਕੁਐਸਚਨ ਦਾ ਆਨਸਰ ਜਿਹੜਾ ਹੈਗਾ ਉਹ ਜੀ ਹਿੰਦ ਦੀ ਚਾਦਰ, ਆਪਸ਼ਨ ਨੰਬਰ ਸੀ। ਨੈਕਸਟ ਕਹਿ ਰਿਹਾ ਜੀ ਉਹ ਕਿਹੜੇ ਸਿੱਖ ਗੁਰੂ ਸੀਗੇ ਜਿਨ੍ਹਾਂ ਨੇ ਦਸਵੰਧ ਸਿਸਟਮ ਸ਼ੁਰੂ ਕੀਤਾ ਸੀਗਾ? ਯਾਨੀ ਕਿ ਆਪਣੀ ਕਮਾਈ ਦਾ 10ਵਾਂ ਹਿੱਸਾ ਜਿਹੜਾ ਹੈਗਾ ਉਹ ਸਿੱਖ ਧਰਮ ਲਈ ਦਾਨ ਕਰਨਾ ਹੈਗਾ। ਉਹ ਸੀਗੇ ਗੁਰੂ ਅਰਜਨ ਦੇਵ ਜੀ, 5ਵੇਂ ਗੁਰੂ। ਇਹਨੂੰ ਮੈਂ ਯਾਦ ਕਰਨ ਦੀ ਟ੍ਰਿਕ ਵੀ ਸੋਚੀ ਹੋਈ ਹੈ ਜੀ। ਜਿਵੇਂ ਦਸਵੰਧ ਕਿਹਾ ਹੈ ਨਾ, ਜੇਕਰ ਮੈਂ 2 ਨਾਲ ਡਿਵਾਈਡ ਕਰ ਦਿੰਦਾ ਹੈਗਾ ਤਾਂ 5 ਆ ਜਾਂਦਾ ਹੈਗਾ। ਮੈਂ ਦੈਟ ਮੀਨਸ 5th ਗੁਰੂ। 5th ਗੁਰੂ ਕੌਣ ਸੀ ਆਪਣੇ ਜੀ? ਗੁਰੂ ਅਰਜਨ ਦੇਵ ਜੀ। ਹਾਲਾਂਕਿ ਇਹ 5/2, 3, 5 ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ ਇਸ ਚੀਜ਼ ਤੋਂ, ਜਸਟ ਯਾਦ ਕਰਨ ਲਈ ਇੱਕ ਟ੍ਰਿਕ ਹੈ।
ਤੁਹਾਨੂੰ ਚੰਗੀ ਲੱਗਦੀ ਹੈ ਤਾਂ ਤੁਸੀਂ ਅਡੋਪਟ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਛੱਡ ਵੀ ਸਕਦੇ ਹੋ। ਆਨਸਰ ਹੈ ਆਪਸ਼ਨ ਨੰਬਰ ਸੀ। ਤੇ ਨੈਕਸਟ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਜੀ ਮੈਂ ਪਟਵਾਰੀ ਦੇ ਲਈ ਜਿਹੜਾ ਆਪਣੀ ਐਗਰੀਕਲਚਰ ਹੈ ਉਹਦੇ ਲਈ ਵੀ ਸੀਰੀਜ਼ ਸੈਪਰੇਟ ਸ਼ੁਰੂ ਕੀਤੀ ਹੋਈ ਹੈ। ਜੇਕਰ ਤੁਸੀਂ ਨਹੀਂ ਦੇਖਿਆ ਤਾਂ ਇੱਥੇ ਇੱਕ ਆਈ ਬਟਨ ਆ ਰਿਹਾ ਹੋਊਗਾ, ਜਾ ਕੇ ਐਗਰੀਕਲਚਰ ਦੀ ਸੀਰੀਜ਼ ਦੀ ਹੈਲਪ ਵੀ ਤੁਸੀਂ ਲੈ ਸਕਦੇ ਹੋ। ਐਗਜ਼ਾਮ ਦੇ ਵਿੱਚ ਤੁਹਾਨੂੰ ਡੈਫੀਨੇਟਲੀ ਹੈਲਪ ਹੋਵੇਗੀ। ਨੈਕਸਟ ਕਹਿ ਰਿਹਾ ਜੀ ਦਸਮ ਗ੍ਰੰਥ ਕਿਹਦੇ ਦੁਆਰਾ ਲਿਖਿਆ ਗਿਆ ਸੀਗਾ। ਤਾਂ ਦਸਮ ਗ੍ਰੰਥ ਲਿਖਿਆ ਗਿਆ ਸੀਗਾ ਜੀ, ਕਾਫੀ ਈਜ਼ੀ ਕੁਐਸਚਨ ਹੈ, ਆਪਣੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ। ਆਨਸਰ ਹੋ ਜਾਊਗਾ ਆਪਸ਼ਨ ਨੰਬਰ ਡੀ। ਨੈਕਸਟ ਕੁਐਸਚਨ ਕਹਿ ਰਿਹਾ ਜੀ 10ਵਾਂ ਕੁਐਸਚਨ ਅੱਜ ਦੀ ਵੀਡੀਓ ਦਾ, ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਇਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਸੀਗੀ 1704 ਦੇ ਵਿੱਚ। ਤਾਂ ਆਹ ਕਿਹੜੇ ਬੈਟਲ ਦੇ ਵਿੱਚ ਇਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਸੀ। ਤਾਂ ਉਹ ਹੀ ਸੀਗੀ ਜੀ ਬੈਟਲ ਆਫ ਚਮਕੌਰ, ਆਪਸ਼ਨ ਨੰਬਰ ਬੀ। ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਬੈਟਲ ਆਫ ਗੁਜਰਾਤ ਹੈ ਇਹਨੂੰ ਬੈਟਲ ਆਫ ਗਨ ਵੀ ਕਿਹਾ ਜਾਂਦਾ ਹੈਗਾ, ਬੈਟਲ ਆਫ ਗਨਸ। ਇਹ ਬਹੁਤ ਵਾਰ ਕੁਐਸਚਨ ਪੁੱਛਿਆ ਗਿਆ ਹੈਗਾ, ਯਾਦ ਰੱਖਿਓ ਇਸ ਗੱਲ ਦਾ ਵੀ। ਤਾਂ ਲੇਕਿਨ ਇਸ ਕੁਐਸਚਨ ਦਾ ਜਿਹੜਾ ਆਨਸਰ ਹੋਊਗਾ ਜੀ ਉਹ ਹੋਊਗਾ ਬੈਟਲ ਆਫ ਚਮਕੌਰ, ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ ਕਹਿ ਰਿਹਾ ਹੈ ਕਿ ਜੀ ਜਿਹੜਾ ਸੁਖਮਨੀ ਸਾਹਿਬ ਹੈ ਉਹ ਕੰਪੋਜ਼ ਕੀਤਾ ਸੀਗਾ ਗੁਰੂ ਅਰਜਨ ਦੇਵ ਜੀ ਨੇ, ਜੋ ਕਿ ਬਿਲਕੁਲ ਸਹੀ ਗੱਲ ਹੈ। ਆ ਕੁਐਸਚਨ ਪੁੱਛਿਆ ਵੀ ਜਾ ਸਕਦਾ ਹੈਗਾ, ਹਾਲਾਂਕਿ ਮੈਂ ਪੁੱਛ ਕੇ ਵੀ ਹਟਿਆ। ਤੇ ਗੱਲ ਕਰ ਰਿਹਾ ਕਿ ਜੀ ਜਪ ਸਾਹਿਬ ਜਿਹੜਾ ਸੀਗਾ ਉਹ ਕੰਪੋਜ਼ ਕਿਹਨੇ ਕੀਤਾ ਸੀਗਾ, ਕਿਸ ਦੀ ਰਚਨਾ ਸੀਗੀ। ਮੈਂ ਨਾ ਹੁਣ ਇੱਕ ਲਿਸਟ ਬਣਾਈ ਹੈ, ਤੁਸੀਂ ਉਹ ਲਿਸਟ ਦੇਖੋ ਪਹਿਲਾਂ ਤਾਂ, ਕਿ ਉਹ ਲਿਸਟ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਜਿੰਨੀ ਵੀ ਕੰਪੋਜੀਸ਼ਨਸ ਨੇ, ਕਿਉਂਕਿ ਸਭ ਤੋਂ ਜ਼ਿਆਦਾ ਕੰਪੋਜੀਸ਼ਨ ਜੇ ਮੈਂ ਗੱਲ ਕਰਾਂ ਸਿੱਖ ਧਰਮ ਦੇ ਵਿੱਚ, ਜੇ ਗੁਰੂਜ਼ ਦੀ ਗੱਲ ਕਰਾਂ ਮੈਂ 1 ਤੋਂ 10 ਤੱਕ ਦੇ, ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੱਭੀਆਂ ਨੇ ਮੈਨੂੰ, ਜਿਹਦੇ ਵਿੱਚ ਦਸਮ ਗ੍ਰੰਥ ਆਉਂਦਾ ਹੈ ਜੀ, ਫਿਰ ਆਉਂਦਾ ਹੈਗਾ ਜੀ ਵਾਰ ਸ੍ਰੀ ਭਗਵਤੀ ਜੀ, ਫਿਰ ਬਚਿੱਤਰ ਨਾਟਕ, ਅਕਾਲ ਸਤਤ, ਚੰਡੀ ਦੀ ਵਾਰ, ਜਪ ਸਾਹਿਬ, ਚੰਡੀ ਚਰਿੱਤਰ, ਚੰਡੀ ਦੀ ਵਾਰ, ਆਈ ਥਿੰਕ ਚੰਡੀ ਦੀ ਵਾਰ 2 ਵਾਰ ਆ ਗਿਆ ਜੀ, ਉਹ ਤੁਸੀਂ ਥੋੜ੍ਹਾ ਜਿਹਾ ਦੇਖ ਲਓ ਇੱਕ ਵਾਰ। ਗਿਆਨ ਪ੍ਰਬੋਧ ਆ ਗਿਆ ਜੀ। ਹੋ ਸਕਦਾ ਮੈਂ ਕਿਸੇ ਦੀ ਪ੍ਰੋਨਾਂਸੀਏਸ਼ਨ ਗਲਤ ਵੀ ਹੋ ਸਕਦੀ ਹੈ, ਕਿਉਂਕਿ ਮੈਂ ਥੋਰਲੀ ਕਦੇ ਪੜ੍ਹਿਆ ਨਹੀਂ ਹੈਗਾ, ਫਿਰ ਵੀ ਮੈਂ ਟਰਾਈ ਕਰ ਰਿਹਾ ਕਿ ਸਹੀ ਪ੍ਰੋਨਾਂਸੀ ਕਰਾਂ ਇਹਨੂੰ। ਅੱਗੇ ਹੈਗਾ ਜੀ 24 ਅਵਤਾਰ, ਖਾਲਸੇ ਦੀ ਮਹਿਮਾ, ਜ਼ਫਰਨਾਮਾ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਜੀ, ਜ਼ਫਰਨਾਮਾ ਯਾਦ ਰੱਖਿਓ। ਉਸ ਤੋਂ ਬਾਅਦ ਹੈ ਸਵੈਲ। ਤਾਂ ਆਹ ਜਿਹੜੇ ਹੈ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨੇ। ਤਾਂ ਉਹਦੇ ਵਿੱਚ ਪੁੱਛਿਆ ਗਿਆ ਹੈਗਾ ਕਿ ਜਪ ਸਾਹਿਬ, ਕਿਉਂਕਿ ਜਪ ਸਾਹਿਬ ਤੁਸੀਂ ਦੇਖ ਰਹੇ ਹੋ ਕਿੱਥੇ ਹੈ ਜੀ, ਆ ਰਿਹਾ 6ਵੇਂ ਨੰਬਰ 'ਤੇ ਜਪ ਸਾਹਿਬ। ਤਾਂ ਆਹ ਸਾਰੀਆਂ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਹਨ, ਆਪਸ਼ਨ ਨੰਬਰ ਡੀ। ਜੇਕਰ ਤੁਸੀਂ ਕਾਪੀ ਪੈਨ ਲੈ ਕੇ ਬੈਠੇ ਹੋ ਤਾਂ ਇਹਨੂੰ ਲਿਖ ਸਕਦੇ ਹੋ, ਜਾਂ ਫਿਰ ਇਹਦਾ ਸਕਰੀਨਸ਼ਾਟ ਵੀ ਲੈ ਲਓ। ਆਨਸਰ ਆਪਸ਼ਨ ਨੰਬਰ ਡੀ। ਨੈਕਸਟ ਗੱਲ ਕਰ ਰਿਹਾ ਜੀ ਸਿਟੀ ਆਫ ਅੰਮ੍ਰਿਤਸਰ ਵਾਜ਼ ਫਾਊਂਡਡ ਬਾਏ, ਯਾਨੀ ਕਿ ਅੰਮ੍ਰਿਤਸਰ ਦੀ ਸਿਟੀ ਕਿਹਨੇ ਸਥਾਪਨਾ ਕੀਤੀ ਸੀਗੀ। ਆਪਾਂ ਨੂੰ ਸਭ ਨੂੰ ਪਤਾ ਹੈ ਕਿ ਅੰਮ੍ਰਿਤਸਰ ਨੂੰ ਰਾਮਦਾਸਪੁਰ ਵੀ ਕਿਹਾ ਜਾਂਦਾ ਹੈਗਾ, ਜੋ ਕਿ ਆਪਣੇ 4th ਗੁਰੂ ਜੀ ਨੇ ਇਹ ਸਿਟੀ ਨੂੰ ਫਾਊਂਡ ਕੀਤਾ ਸੀਗਾ। 4th ਗੁਰੂ ਜੀ ਕੌਣ ਸੀ ਆਪਣੇ? ਰਾਮਦਾਸ ਜੀ ਸੀਗੇ, ਆਪਸ਼ਨ ਨੰਬਰ ਸੀ। ਹੁਣ ਬੇਸਿਕਲੀ ਹੋਇਆ ਕੀ ਸੀਗਾ, ਜੇਕਰ ਆਪਾਂ ਹਿਸਟੋਰੀਕਲ ਸਿੱਖ ਰਿਕਾਰਡ ਦੀ ਅਕੋਰਡਿੰਗ ਗੱਲ ਕਰੀਏ ਤਾਂ ਜਿਹੜੀ ਆ ਸਾਈਟ ਸੀਗੀ ਜੀ, ਆ ਸਾਈਟ ਤਾਂ ਚੁਣੀ ਗਈ ਸੀਗੀ ਗੁਰੂ ਅਮਰਦਾਸ ਜੀ ਨੇ, ਜਿਹਨੂੰ ਕਿ ਗੁਰੂ ਦਾ ਚੱਕ ਵੀ ਕਿਹਾ ਜਾਂਦਾ ਹੈਗਾ। ਹਾਂ, ਗੁਰੂ ਦਾ ਚੱਕ ਅੱਡ ਹੈਗਾ ਜੀ, ਚੱਕ ਨਾਨਕੀ ਅੱਡ ਹੈਗਾ, ਉਹ ਆਪਾਂ ਅਨੰਦਪੁਰ ਸਾਹਿਬ ਨੂੰ ਕਹਿੰਦੇ ਹਾਂ। ਅਤੇ ਬਾਅਦ ਦੇ ਵਿੱਚ ਉਹਨਾਂ ਨੇ ਗੁਰੂ ਅਮਰਦਾਸ ਜੀ ਨੇ ਕਿਹਾ ਸੀਗਾ ਕਿ ਇੱਕ ਪਰਟੀਕੂਲਰ ਲੈਂਡ ਲੱਭੀ ਜਾਵੇ ਜਿੱਥੇ ਉਹ ਇੱਕ ਮੈਨ ਮੇਡ ਪੂਲ ਬਣਾਉਣ, ਜੋ ਕਿ ਸੈਂਟਰਲ ਪੁਆਇੰਟ ਹੋਵੇ, ਜੋ ਕਿ ਆਪਾਂ ਅੱਜ ਵੀ ਦੇਖਦੇ ਹਾਂ ਅੰਮ੍ਰਿਤਸਰ ਜਾਂਦੇ ਹਾਂ ਜਦੋਂ ਕਿ ਆਪਾਂ ਗੁਰਦੁਆਰੇ ਦੇ ਵਿੱਚ। ਅਤੇ ਬਾਅਦ ਦੇ ਵਿੱਚ ਇਹਦਾ ਨਾਂ ਜਿਹੜਾ ਸੀਗਾ ਰਾਮਦਾਸਪੁਰ ਵੀ ਰੱਖਿਆ ਗਿਆ ਸੀਗਾ, ਕਿਉਂਕਿ ਰਾਮਦਾਸ ਜੀ ਨੇ ਹੀ ਫਾਊਂਡ ਕੀਤਾ ਸੀਗਾ, ਆਪਸ਼ਨ ਨੰਬਰ ਸੀ। ਨੈਕਸਟ ਗੱਲ ਕਰ ਰਹੇ ਕਿ ਕਿਹੜੇ ਸਿੱਖ ਗੁਰੂ ਸੀ ਜਿਨ੍ਹਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀਗੀ। ਬੇਸਿਕਲੀ ਮਸੰਦ ਪ੍ਰਥਾ ਅਤੇ ਮੰਜੀ ਪ੍ਰਥਾ ਜਿਹੜੀ ਸੀਗੀ, ਦੋਨੋਂ ਹੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਮੈਸੇਜਿਸ ਸੀਗੇ ਉਹਨਾਂ ਨੂੰ ਸਪਰੈਡ ਕਰਨ ਲਈ ਸੀਗੇ। ਅਤੇ ਹੁਣ ਜੇ ਮੈਂ ਗੱਲ ਕੀਤੀ ਹੈ ਮੰਜੀ ਪ੍ਰਥਾ ਦੀ, ਤਾਂ ਉਹ ਵੀ ਦੱਸ ਦੇਣਾ ਜੀ। ਮੰਜੀ ਪ੍ਰਥਾ ਆਪਣੇ ਤੀਜੇ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ, ਅਤੇ ਬਾਅਦ ਦੇ ਵਿੱਚ ਉਹਨੂੰ ਹੋਰ ਸਟਰੈਂਥਨ ਕਰਨ ਲਈ ਮਸੰਦ ਪ੍ਰਥਾ ਸ਼ੁਰੂ ਹੋਈ ਸੀਗੀ, ਜਿਹੜੇ 4th ਗੁਰੂ ਰਾਮਦਾਸ ਜੀ ਨੇ ਕੀਤੇ ਸੀਗੇ। ਹੁਣ ਇਸ ਹਿਸਾਬ ਨਾਲ ਕੁਐਸਚਨ ਦਾ ਆਨਸਰ ਆਪਾਂ ਨੂੰ ਪਤਾ ਲੱਗ ਚੁੱਕਿਆ ਹੈਗਾ ਜੀ, ਗੁਰੂ ਰਾਮਦਾਸ ਜੀ ਨੇ ਉਹ ਕਿਹੜੇ ਆਪਸ਼ਨ 'ਚ ਹੈ, ਉਹ ਨੇ ਜੀ ਆਪਸ਼ਨ ਨੰਬਰ ਬੀ ਦੇ ਵਿੱਚ। ਤਾਂ ਰਾਈਟ ਆਨਸਰ ਆਪਣੇ ਅੱਗੇ ਹੈ। ਹੁਣ ਆਪਾਂ ਵੱਧਦੇ ਹਾਂ ਅਗਲੇ ਕੁਐਸਚਨ ਦੀ ओर। ਨੈਕਸਟ ਕਹਿ ਰਿਹਾ ਉਹ ਕਿਹੜੇ ਗੁਰੂ ਸੀਗੇ ਜਿਹੜੇ ਸਭ ਤੋਂ ਪਹਿਲਾਂ ਸ਼ਹੀਦ ਹੋਏ ਸੀਗੇ, ਯਾਨੀ ਕਿ ਜਿਵੇਂ ਮੈਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਾਂ ਉਹ ਜੋਤੀ ਜੋਤ ਸਮਾਏ ਸੀਗੇ ਜੀ। ਜੇਕਰ ਮੈਂ ਸ਼ਹੀਦੀ ਦੀ ਗੱਲ ਕਰਾਂ ਤਾਂ ਉਹ ਹੋਏ ਸੀਗੇ 5ਵੇਂ ਗੁਰੂ ਅਰਜਨ ਦੇਵ ਜੀ। ਹੁਣ ਹੋਇਆ ਕੀ ਸੀਗਾ ਜੀ, ਜੋ ਉਸ ਸਮੇਂ ਦੇ ਮੁਗਲ ਬਾਦਸ਼ਾਹ ਸੀਗੇ ਜਹਾਂਗੀਰ, ਤਾਂ ਜਹਾਂਗੀਰ ਦੇ ਕਹਿਣ 'ਤੇ ਉਹਨਾਂ ਨੂੰ ਜਿਹੜਾ ਸੀਗਾ ਬੰਦੀ ਬਣਾਇਆ ਗਿਆ ਸੀਗਾ, ਅਤੇ ਐਕਸਟਰੀਮ ਉਹਨਾਂ ਨੂੰ ਫਿਜ਼ੀਕਲ ਜਿਹੜੇ ਟੌਰਚਰ ਦਿੱਤੇ ਗਏ ਸੀਗੇ, ਜਿਸ ਤੋਂ ਬਾਅਦ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਸੀਗੀ। ਆਨਸਰ ਹੈ ਜੀ ਆਪਸ਼ਨ ਨੰਬਰ ਡੀ। ਫਿਰ ਆਪਾਂ ਗੱਲ ਕਰਦੇ ਹਾਂ ਜੀ ਉਹ ਕਿਹੜੀ ਸਿਟੀ ਸੀਗੀ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਵਸਾਈ ਸੀਗੀ। 4 ਆਪਸ਼ਨ ਨੇ, ਆਪਾਂ ਚਾਰੋਂ ਹੀ ਇੱਕ ਵਾਰ ਕਰਕੇ ਡਿਸਕਸ ਕਰ ਲੈਂਦੇ ਹਾਂ। ਜਿਹੜੀ ਖਡੂਰ ਸਾਹਿਬ ਹੈ ਜੀ ਉਹ ਤਰਨ ਤਾਰਨ
ਆ ਜੀ ਗਲਤ ਲਿਖਿਆ ਗਿਆ, ਤਰਨਤਾਰਨ ਸਿੰਘ ਨਹੀਂ ਹੈ, ਐਕਚੁਅਲੀ ਤਰਨਤਾਰਨ ਡਿਸਟ੍ਰਿਕਟ ਲਿਖਣਾ ਸੀਗਾ ਇੱਥੇ, ਤਾਂ ਤਰਨਤਾਰਨ ਡਿਸਟ੍ਰਿਕਟ ਵਿੱਚ ਹੈ। ਤੇ ਆ ਗੁਰੂ ਅੰਗਦ ਦੇਵ ਜੀ ਨੇ ਵਸਾਈ ਸੀਗੀ। ਦੈਟ ਮੀਨਸ ਆਪਣਾ ਆਨਸਰ ਤਾਂ ਹੋ ਜਾਊਗਾ ਜੀ ਆਪਸ਼ਨ ਨੰਬਰ ਏ। ਲੇਕਿਨ ਆਪਾਂ ਦੂਜੇ ਆਪਸ਼ਨਸ ਵੀ ਡਿਸਕਸ ਕਰ ਲੈਂਦੇ ਹਾਂ। ਦੂਜਾ ਆਪਸ਼ਨ ਹੈਗਾ ਜੀ ਕਰਤਾਰਪੁਰ। ਕਰਤਾਰਪੁਰ ਵਸਾਏਗਾ ਜੀ ਗੁਰੂ ਅਰਜਨ ਦੇਵ ਜੀ ਨੇ, ਤੇ ਤਰਨਤਾਰਨ ਵੀ। ਆ ਤਰਨਤਾਰਨ ਇੱਥੇ ਮੈਂ ਡਿਸਟ੍ਰਿਕਟ ਦੀ ਗੱਲ ਕਰ ਰਿਹਾ ਸੀਗਾ, ਤੇ ਆ ਤਰਨਤਾਰਨ ਸਿਟੀ ਹੈ ਜਿਹੜੀ ਉਹ ਗੁਰੂ ਅਰਜਨ ਦੇਵ ਜੀ ਨੇ ਵਸਾਈ ਸੀਗੀ। ਤੇ ਇੱਕ ਕਰਤਾਰਪੁਰ ਹੈ ਨਾ, ਇੱਕ ਪਾਕਿਸਤਾਨ ਦੇ ਵਿੱਚ ਵੀ ਹੈ ਜੀ, ਉਹ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀਗਾ। ਦੋਨੋਂ ਡਿਫਰੈਂਟ ਨੇ, ਕਿਉਂਕਿ ਆ ਕਰਤਾਰਪੁਰ ਜਿਹੜਾ ਜਲੰਧਰ ਡਿਸਟ੍ਰਿਕਟ ਦੇ ਅੰਦਰ ਹੈ, ਉਹ ਜਿਹੜਾ ਕਰਤਾਰਪੁਰ ਹੈ ਉਹ ਪਾਕਿਸਤਾਨ ਦੇ ਵਿੱਚ ਆਉਂਦਾ ਹੈਗਾ, ਪ੍ਰੈਜ਼ੈਂਟ ਗੱਲ ਕਰਾਂ ਜੇਕਰ ਮੈਂ। ਤੇ ਆ ਦੋ ਕਰਤਾਰਪੁਰ ਨੇ, ਦੋਨਾਂ ਵਿੱਚ ਕਨਫਿਊਜ਼ਨ ਰਹਿੰਦਾ ਹਮੇਸ਼ਾ, ਤਾਂ ਹੁਣ ਮੈਂ ਕਲੀਅਰ ਕਰ ਦਿੱਤੀ ਹੈ ਕਿ ਕਰਤਾਰਪੁਰ ਵਿੱਚ ਕੀ ਫਰਕ ਹੈ। ਕਿਰਤਪੁਰ ਦੀ ਗੱਲ ਕਰਾਂ ਤਾਂ ਉਹ ਸੀਗੇ ਗੁਰੂ ਹਰਗੋਬਿੰਦ, ਆਪਣੇ 6ਵੇਂ ਗੁਰੂ ਸੀਗੇ, ਉਹਨਾਂ ਨੇ ਵਸਾਇਆ ਸੀਗਾ। ਤੇ ਜਿਹੜਾ ਗੋਇੰਦਵਾਲ ਹੈ ਉਹ ਵਸਾਇਆ ਸੀਗਾ ਗੁਰੂ ਅਮਰਦਾਸ ਜੀ ਨੇ, ਕਿ ਤੀਜੇ ਗੁਰੂ ਸੀਗੇ ਜਿਹੜੇ ਆਪਣੇ। ਹੁਣ ਗੱਲ ਕਰ ਰਹੇ ਕਿ ਦੂਜੇ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਵਸਾਇਆ ਸੀਗਾ ਜੀ, ਉਹ ਸਭ ਨੂੰ ਪਤਾ ਆਪਾਂ ਨੂੰ, ਉਹ ਹੈ ਖਡੂਰ ਸਾਹਿਬ, ਆਪਸ਼ਨ ਨੰਬਰ ਏ। ਨੈਕਸਟ ਕੁਐਸਚਨ ਕਹਿ ਰਿਹਾ ਹੈ ਜੀ ਕਿ ਵਟ ਵਾਜ਼ ਦਾ ਸੋਰਸ ਆਫ ਗੁਰੂ ਨਾਨਕਸ ਬਾਇਓਗ੍ਰਾਫੀ ਕੰਪਾਈਲਡ ਬਾय ਗੁਰੂ ਅੰਗਦ ਦੇਵ ਜੀ। ਯਾਨੀ ਕਿ ਗੁਰੂ ਅੰਗਦ ਦੇਵ ਜੀ ਨੇ ਬਾਇਓਗ੍ਰਾਫੀ ਲਿਖੀ ਸੀਗੀ ਗੁਰੂ ਨਾਨਕ ਦੇਵ ਜੀ ਦੀ, ਤੇ ਉਹ ਸੋਰਸ ਕੀ ਸੀਗਾ? ਉਹ ਸੋਰਸ ਸੀਗਾ ਜੀ ਭਾਈ ਬਾਲਾ ਜੀ। ਇੱਥੇ ਸਪੈਲਿੰਗ ਮਿਸਟੇਕ ਹੈ, ਭਾਈ ਬਾਲਾ ਜੀ ਹੈ, ਕਿਉਂਕਿ ਆਹ ਅਰਲੀ ਸਟੇਜ ਦੇ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਹੀ ਰਹੇ ਸੀਗੇ, ਤੇ ਉਹਨਾਂ ਨਾਲ ਕਾਫੀ ਜ਼ਿਆਦਾ ਟਰੈਵਲ ਵੀ ਕੀਤਾ ਸੀਗਾ। ਤਾਂ ਭਾਈ ਬਾਲੇ ਦੇ ਦੁਆਰਾ ਦੱਸੀ ਗਈ ਗੱਲਾਂ ਨੂੰ ਹੀ ਉਹਨਾਂ ਨੇ ਕੰਪੋਜ਼ ਕਰਕੇ ਜਿਹੜਾ ਸੀਗਾ ਬਾਇਓਗ੍ਰਾਫੀ ਲਿਖੀ, ਤੇ ਜਿਹਨੂੰ ਆਪਾਂ ਕੀ ਕਹਿੰਦੇ ਆ ਜੀ ਭਾਈ ਬਾਲੇ ਦੀ ਜਨਮ ਸਾਖੀ, ਜੋ ਕਿ ਗੁਰੂ ਨਾਨਕ ਦੇਵ ਜੀ ਦੇ ਉੱਪਰ ਹੈ। ਕਾਫੀ ਇੰਪੋਰਟੈਂਟ ਕੁਐਸਚਨ ਹੈ, ਤੇ ਆਨਸਰ ਹੋ ਜਾਊਗਾ ਇਹਦਾ ਆਪਸ਼ਨ ਨੰਬਰ ਬੀ। ਨੈਕਸਟ ਗੱਲ ਕਰਦੇ ਆਪਾਂ ਗੁਰਮੁਖੀ ਸਕ੍ਰਿਪਟ ਬਾਰੇ, ਕਿ ਗੁਰਮੁਖੀ ਸਕ੍ਰਿਪਟ ਜਿਹੜੀ ਸੀਗੀ ਉਹ ਕਿਹਨੇ ਲਿਖੀ ਸੀਗੀ ਤੇ ਸਟੈਂਡਰਡਾਈਜ਼ ਕੀਤਾ ਸੀਗਾ। ਤਾਂ ਉਹ ਸੀਗੇ ਜੀ ਆਪਣੇ ਦੂਜੇ ਗੁਰੂ ਅੰਗਦ ਦੇਵ ਜੀ। ਹੁਣ ਹੋਇਆ ਕੀ ਸੀਗਾ ਜੀ, ਜੋ ਗੁਰੂ ਨਾਨਕ ਦੇਵ ਜੀ ਦੁਆਰਾ ਕੰਪੋਜ਼ ਕੀਤੀ ਗਈ ਸੀਗੀ, ਉਹਨਾਂ ਵਿੱਚੋਂ ਉਹਨਾਂ ਨੇ ਜਿਹੜੇ 35 ਲੈਟਰ, ਆਪਾਂ ਨੂੰ 35 ਅੱਖਰੀ ਕਹਿੰਦੇ ਆ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਨਵਾਂ ਸ਼ੇਪ ਦੇ ਕੇ ਇਹਨਾਂ ਨੇ ਗੁਰਮੁਖੀ ਸਕ੍ਰਿਪਟ ਲਿਖੀ ਸੀਗੀ, ਤਾਂ ਕਿ ਗੁਰੂ ਨਾਨਕ ਦੇਵ ਜੀ ਦੇ ਵੀ ਕੰਪੋਜੀਸ਼ਨ ਇਹਦੇ ਵਿੱਚ ਰਹੇ। ਕਿਉਂਕਿ ਪੂਰੀ ਤਰ੍ਹਾਂ ਜਿਹੜੀ ਗੱਲ ਕਰਾਂ ਮੈਂ ਗੁਰਮੁਖੀ ਜੀ ਦੀ, ਤਾਂ ਉਹ ਆਨਸਰ ਆਪਾਂ ਨੂੰ ਅੰਗਦ ਦੇਵ ਜੀ ਹੀ ਲਿਖਣਾ ਪਊਗਾ, ਕਿਉਂਕਿ ਉਹਨਾਂ ਨੇ ਹੀ ਬਣਾਈ ਸੀਗੀ 35 ਅੱਖਰੀ ਗੁਰਮੁਖੀ ਸਕ੍ਰਿਪਟ। ਤਾਂ ਜਿਹੜੀ ਗੁਰਮੁਖੀ ਸਕ੍ਰਿਪਟ ਦੇ ਵਿੱਚ ਵਰਡ ਯੂਜ਼ ਕੀਤੇ ਗਏ ਨੇ ਨਾ, ਉਹ ਕਦੇ ਨਾ ਕਦੇ ਗੁਰੂ ਨਾਨਕ ਦੇਵ ਜੀ ਦੁਆਰਾ ਵੀ ਯੂਜ਼ ਕੀਤੇ ਗਏ ਸੀਗੇ। ਤਾਂ ਉਹ ਕਹਿਣ ਦਾ ਮਤਲਬ ਆਹੀ ਹੈ। ਤੇ 35 ਅੱਖਰੀ ਆਪਾਂ ਕਹਿੰਦੇ ਹਾਂ ਗੁਰਮੁਖੀ ਨੂੰ ਜੀ, ਆਪਾਂ ਨੂੰ ਸਭ ਨੂੰ ਪਤਾ ਹੈ ਗੁਰੂ ਅੰਗਦ ਦੇਵ ਜੀ ਨੇ ਲਿਖੇ ਸੀਗੇ। ਆ ਤੁਸੀਂ ਦੇਖ ਰਹੇ ਹੋ ਗੁਰੂ ਅੰਗਦ ਦੇਵ ਜੀ ਜਿਹੜਾ ਪਰਸਨਲੀ ਐਜੂਕੇਟ ਕਰ ਰਹੇ ਸੀਗੇ ਉੱਥੇ ਚਿਲਡਰਨ, ਜਿਹੜੇ ਤੁਸੀਂ ਇਮੇਜ ਦੇ ਵਿੱਚ ਦੇਖ ਪਾ ਰਹੇ ਹੋ। ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ। ਹੁਣ ਗੱਲ ਕਰਾਂਗੇ ਆਪਾਂ ਨੈਕਸਟ ਕੁਐਸਚਨ ਦੀ, ਜੋ ਕਹਿ ਰਿਹਾ ਹੈਗਾ ਕਿ ਗੁਰੂ ਨਾਨਕ ਦੇਵ ਜੀ ਬੋਰਨ ਹੋਏ ਸੀਗੇ ਨਨਕਾਣਾ ਸਾਹਿਬ, ਲਾਹੌਰ, ਜਿਹੜਾ ਪਾਕਿਸਤਾਨ ਦੇ ਵਿੱਚ ਆਪਾਂ ਸਭ ਜਾਣਦੇ ਹਾਂ। ਤੇ ਉਹਨਾਂ ਨੇ ਆਪਣਾ ਆਖਰੀ ਸਾਹ ਕਿੱਥੇ ਲਿੱਤੇ ਸੀਗੇ? ਤਾਂ ਉਹ ਲਿੱਤੇ ਸੀਗੇ ਜੀ ਪਾਕਿਸਤਾਨ ਦੇ ਵਿੱਚ, ਜਿਹੜਾ ਕਿ ਅੱਜ ਕਰਤਾਰਪੁਰ ਹੈ, ਆਪਸ਼ਨ ਨੰਬਰ ਬੀ। ਕਿਉਂਕਿ ਕਰਤਾਰਪੁਰ ਜੀ ਗੁਰੂ ਨਾਨਕ ਦੇਵ ਜੀ ਦੁਆਰਾ ਹੀ ਵਸਾਇਆ ਹੋਇਆ ਸੀਗਾ। ਨੈਕਸਟ ਕਹਿ ਰਿਹਾ ਜੀ ਕਿਹੜੇ ਸਿੱਖ ਗੁਰੂ ਦੁਆਰਾ ਜਿਹੜਾ ਮੱਲ ਅਖਾੜਾ ਸ਼ੁਰੂ ਕੀਤਾ ਗਿਆ ਸੀਗਾ ਤਾਂ ਕਿ ਫਿਜ਼ੀਕਲ ਫਿਟਨੈਸ ਰਹੇ? ਇਹ ਕੀਤਾ ਗਿਆ ਸੀਗਾ ਜੀ ਦੂਜੇ ਗੁਰੂ ਦੁਆਰਾ, ਯਾਨੀ ਕਿ ਉਹਨਾਂ ਨੇ ਗੁਰਮੁਖੀ ਸਕ੍ਰਿਪਟ ਵੀ ਲਿਖੀ ਸੀਗੀ, ਤੇ ਫਿਜ਼ੀਕਲੀ ਫਿਟਨੈਸ ਲਈ ਉਹਨਾਂ ਨੇ ਆ ਟ੍ਰੈਡੀਸ਼ਨ ਸਟਾਰਟ ਕੀਤੀ ਸੀਗੀ ਮੱਲ ਅਖਾੜੇ ਦੀ। ਫਿਜ਼ੀਕਲ ਫਿਟਨੈਸ ਦੇ ਵਿੱਚ ਉਹਨਾਂ ਦਾ ਕਾਫੀ ਜ਼ਿਆਦਾ ਇੰਟਰਸਟ ਸੀਗਾ, ਤੇ ਇਸੇ ਚੱਕਰ ਦੇ ਵਿੱਚ ਉਹਨਾਂ ਨੇ ਆ ਸ਼ੁਰੂ ਵੀ ਕੀਤਾ ਸੀਗਾ। ਨੈਕਸਟ ਗੱਲ ਕਰ ਰਿਹਾ ਕਿ ਕਿਹੜੇ ਗੁਰੂ ਸੀਗੇ ਜਿਨ੍ਹਾਂ ਨੇ ਲੰਗਰ ਪ੍ਰਥਾ ਨੂੰ ਸਟਰੈਂਥਨ ਕੀਤਾ, ਯਾਨੀ ਕਿ ਹੋਰ ਮਜ਼ਬੂਤ ਕੀਤਾ। ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਕਿ ਸਟਰੈਂਥਨ ਕੀਤਾ, ਸ਼ੁਰੂ ਕੀਤਾ ਆ ਨਹੀਂ ਪੁੱਛਿਆ ਗਿਆ। ਕੁਐਸਚਨ ਪਹਿਲਾਂ ਆਪਾਂ ਚੰਗੀ ਤਰ੍ਹਾਂ ਪੜ੍ਹਨਾ ਹੈ, ਫਿਰ ਆਨਸਰ ਵੱਲ ਜਾਣਾ। ਤਾਂ ਲੰਗਰ ਪ੍ਰਥਾ ਸ਼ੁਰੂ ਕੀਤੀ ਗਈ ਸੀਗੀ ਗੁਰੂ ਨਾਨਕ ਦੇਵ ਜੀ ਬਾਰੇ, ਤੇ ਉਹਨਾਂ ਨੂੰ ਸਟਰੈਂਥਨ ਕੀਤਾ ਸੀਗਾ ਗੁਰੂ ਅੰਗਦ ਦੇਵ ਜੀ ਨੇ। ਤਾਂ ਇਹਦਾ ਆਨਸਰ ਹੋ ਜਾਊਗਾ ਜੀ ਆਪਸ਼ਨ ਨੰਬਰ ਸੀ। ਆਈ ਥਿੰਕ ਆ ਕੁਐਸਚਨ ਨਾ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ, ਪੰਜਾਬ ਸਬੋਰਡੀਨੇਟ ਕੋਰਟ ਦਾ ਕਲਰਕ ਦਾ ਐਗਜ਼ਾਮ ਹੋਇਆ ਸੀਗਾ 2017 ਦੇ ਨਵੰਬਰ ਦੇ ਵਿੱਚ, ਉਹਦੇ ਵਿੱਚ ਆ ਕੁਐਸਚਨ ਤਾਂ ਪੁੱਛਿਆ ਵੀ ਗਿਆ ਸੀਗਾ। ਤੇ ਉਸ ਟਾਈਮ ਵੀ ਕਾਫੀ ਜ਼ਿਆਦਾ ਕਨਫਿਊਜ਼ਨ ਸੀਗੀ ਕਿ ਨਾਨਕ ਦੇਵ ਜੀ ਹੈ ਜਾਂ ਅੰਗਦ ਦੇਵ ਜੀ ਹੈ, ਕਿਉਂਕਿ ਸਟਰੈਂਥਨ ਵਰਡ ਹੀ ਯੂਜ਼ ਕੀਤਾ ਗਿਆ ਸੀਗਾ ਜਿੱਥੇ ਤੱਕ ਮੈਨੂੰ ਯਾਦ ਹੈ। ਤਾਂ ਇਹਦਾ ਆਨਸਰ ਹੈ ਜੀ ਗੁਰੂ ਅੰਗਦ ਦੇਵ ਜੀ, ਆਪਸ਼ਨ ਨੰਬਰ ਸੀ। ਇਸ ਵੀਡੀਓ ਦੁਆਰਾ ਤੁਹਾਨੂੰ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ, ਤੇ ਜੇਕਰ ਤੁਸੀਂ ਚਾਹੁੰਦੇ ਹੋ ਮੈਂ ਕਿਸੇ ਪਰਟੀਕੂਲਰ ਟੌਪਿਕ ਦੇ ਉੱਪਰ ਵੀਡੀਓ ਬਣਾਵਾਂ ਤਾਂ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਹੀ ਲਿਖ ਕੇ ਦੱਸਣਾ ਹੈਗਾ। ਤੇ ਜੇਕਰ ਤੁਹਾਨੂੰ ਲੱਗਦਾ ਹੈਗਾ ਕਿ ਇਸ ਵੀਡੀਓ ਨਾਲ ਤੁਹਾਨੂੰ ਕੁਝ ਫਾਇਦਾ ਹੋਇਆ ਹੈਗਾ ਤਾਂ ਡੈਫੀਨੇਟਲੀ ਲਾਈਕ ਬਟਨ ਜ਼ਰੂਰ ਹਿੱਟ ਕਰਿਓ ਜੀ, ਤੇ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਸਟੂਡੈਂਟਸ ਆਪਣੇ ਇਸ ਚੈਨਲ ਦੇ ਨਾਲ ਜੁੜ ਪਾਉਣ। ਤਾਂ ਥੈਂਕਸ ਫॉर ਵਾਚਿੰਗ ਜੀ, ਜਲਦੀ ਮਿਲਾਂਗੇ ਨਈ ਵੀਡੀਓ ਦੇ ਨਾਲ, ਉਦੋਂ ਤੱਕ ਜੈ ਹਿੰਦ।